ਹੁਣ ਤੁਹਾਨੂੰ 19 ਰੁਪਏ ਦੀ ਕੁਇੰਟਲ ਕਣਕ ਮਿਲਦੀ ਹੈ ਜਾਂ ਮੈਨੂੰ ਭਾਅ ਮਿਲਦਾ। ਜਦੋਂ ਪੈਕਟ 'ਚ ਬਣ ਕੇ ਆਈ ਨਾ ਤੇ ਹੁਣ ਜਿਹੜਾ ਮਾਲ ਤੇ ਅੱਜ ਹੀ ਦੱਸ ਦਿਓ 80 ਰੁਪਏ ਦੀ ਦਾਲ ਨਹੀਂ ਹੈ। ਹਰਿਆਣਾ ਨੂੰ ਕੀ ਜ਼ਰੂਰਤ ਪਈ ਸੀ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਦੀ? ਕਿਉਂ ਰੁਕਾਵਟਾਂ ਪਾਉਂਦੇ ਸੀ? ਪਾਰਟੀ ਪੋਲਿਟਿਕਸ ਸੈਂਟਰ ਤੇ ਵੀ ਚੱਲ ਰਹੀ ਹੈ ਕਿ ਆਪਣੇ ਸਾਥੀ ਮਿੱਤਰਾਂ ਨੂੰ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਐਜ਼ ਫਾਈਨੈਂਸ਼ੀਅਲ ਤੇ ਉਹਨਾਂ ਨੂੰ ਹੀ ਉਹਨਾਂ ਦੀ ਰੈਸੀਪ੍ਰੋਕੇਸ਼ਨ ਕਰਨੀ ਹੈ। ਤਾਂ ਉਹਨਾਂ ਨੂੰ ਹੀ ਇਹ ਕਹਿ ਕੇ ਕਿ ਪ੍ਰੋਕਿਉਰਮੈਂਟ ਵਗੈਰਾ ਸਾਡੀ ਜਿਹੜੀ ਹੁਣ ਦੀ ਇਸ ਵੇਲੇ ਦੀ ਫਿਸਕਲ ਪੋਜੀਸ਼ਨ ਹੈ ਜਾਂ ਸਾਡੀ ਇਕਨੋਮੀ ਦੀ ਪੋਜੀਸ਼ਨ ਹੈ, ਉਹਦੇ ਪ੍ਰੋਕਿਉਰਮੈਂਟ ਧੰਦਾ ਜਿਹੜਾ ਘਾਟੇਬੰਦੀ ਹੋ ਗਿਆ। ਖੱਟੜ ਜੀ ਨੇ ਪਾਰਟੀ ਦਾ ਹੁਕਮ ਮੰਨਦੇ ਹੋਏ ਇਹ ਜਿਹੜੀ ਸੀ ਨਾ ਜੰਗ ਹਿੰਦ ਪੰਜਾਬ ਦੀ ਬਣਾਤੀ। ਦਿੱਲੀ ਉਹਨਾਂ ਨੂੰ ਇੱਕ ਨਵਾਂ ਮਹਾਭਾਰਤ ਮੀਟਿੰਗਾਂ ਦਾ ਛੇੜਦੇ। ਉਹ ਮਹਾਭਾਰਤ ਇਹ ਹੈ ਵੀ ਪੜ੍ਹਿਆਂ ਨੂੰ ਪੜ੍ਹਾਉਣ ਲੱਗੇ ਤੇ ਮਾਸਟਰ ਜੀ ਆਪ ਤਾਂ ਮੋਦੀ ਸਾਹਿਬ ਬਹਿੰਦੇ ਨਹੀਂ ਮੀਟਿੰਗਾਂ 'ਚ, ਜਿਹੜੇ ਕੰਪੀਟੈਂਟ ਅਥਾਰਟੀ ਹੈ ਟੂ ਚੇਂਜ। ਕਿਸਾਨ ਜੋ ਚਾਹੁੰਦੇ ਨੇ ਕਿ ਇਹ ਕਾਨੂੰਨ ਤਿੰਨੇ ਰੱਦ ਕੀਤੇ ਜਾਣ, ਦੂਜੇ ਪਾਸੇ ਸਰਕਾਰ ਜ਼ਿੱਦ ਤੇ ਅੜੀ ਹੋਈ ਆ ਹਾਕਮਾਂ ਦੀ ਤਰ੍ਹਾਂ ਕਿ ਭਾਈ ਅਸੀਂ ਇਹਨੂੰ ਰੱਦ ਨਹੀਂ ਕਰਦੇ, ਬਾਕੀ ਜੋ ਕਹਿੰਦੇ ਉਹ ਕਰ ਦਿੰਦੇ ਹੋ। ਗੱਲ ਤਾਂ ਅੜੀ ਵਾਲੀ ਲੱਗਦੀ ਹੈ। ਲੋਕਾਂ ਨੂੰ ਵੀ ਸ਼ੰਕਾ ਜੀ ਹੋ ਰਹੀ ਹੈ ਕਿ ਇਹ ਤਾਂ ਸਰਕਾਰ ਨਾਲ ਇਹਨਾਂ ਦਾ ਰਿਸ਼ਤਾ ਚੋਰ ਕੁੱਤੀ ਦਾ ਹੁੰਦਾ ਤੇ ਇਹ ਅੱਜ ਸਰਦਾਰ ਕੁਲਬੀਰ ਸਿੰਘ ਸਿੱਧੂ ਪਹਿਲਾਂ ਤਾਂ ਕਦੇ ਬੋਲਦਾ ਨਹੀਂ ਸੀ ਸੁਣਿਆ ਤੇ ਅੱਜ ਇਹ ਬੈਠੇ ਸਰਦਾਰ ਜੀ ਬੋਲੀ ਜਾਂਦੇ ਕਿ ਅਸੀਂ ਮੇਰੇ ਵੀਰ ਜੰਮੇ ਵੀ ਕਿਸਾਨ ਪੁੱਤ ਸੀ, ਬੜੇ ਪਲੇ ਵੀ ਕਿਸਾਨ ਪੁੱਤ, ਜਿਨ੍ਹਾਂ ਦੇ ਮਾਪਿਓ ਬੱਚੇ ਉੱਥੇ ਹੈਗੇ ਆ, ਉਹ ਇਹਨਾਂ ਦੇ ਘਰੇ ਗੋਹਾ ਸੁੱਟੇ ਹੁੰਦੇ ਵੀ ਦੇਖੋ ਵੀ ਆਹ ਵੀ ਪਿਕਨਿਕ ਹੈ। ਉਹਦੇ ਤੇ ਫਿਰ ਸਰਕਾਰ 107 ਵੀ ਨਹੀਂ ਲੱਗਦੀ ਗੋਹਾ ਸੁੱਟਣ ਤੇ। ਗੋਹਾ ਵੀ 107 ਵੀ ਮੇਰੇ ਵੀਰ ਉੱਥੇ ਲੱਗਦੀ ਜਿੱਥੇ ਤੂੰ ਮੈਂ ਬੈਠੇ ਬੈਠੇ ਗੱਲ ਕਰਦੇ ਕਰਦੇ ਉੱਚੀ ਬੋਲਣ ਲੱਗ ਪਈਏ ਤੇ ਨੁਕਸੇ ਅਮਨ ਲੱਗਣ ਲੱਗ ਪਏ। ਉੱਥੇ 107 ਲੱਗਦੀ ਵੀ ਇਹ ਲੜਨਗੇ, ਇਹਨਾਂ ਦੀਆਂ ਜ਼ਮਾਨਤਾਂ ਕਰ ਦਿਓ। ਇੱਥੇ ਲਾਤੇ 307 ਇਰਾਦਾ ਕਤਲ। ਮੇਰੇ ਵੀਰ ਠੰਡੇ ਪਾਣੀ ਨਾਲ ਨਾ ਜਿਹੜੇ ਅਸੀਂ ਵੱਡੇ ਵੱਡੇ ਅਫਸਰ ਹੈ ਜਾਂ ਮਿਨਿਸਟਰ ਹੈ ਮੂੰਹ ਧੋ ਕੇ ਦਿਖਾ ਦਿਓ ਤੇ ਇਹਨਾਂ ਨੇ ਉਹਨਾਂ ਨੂੰ ਪਾਣੀ ਦੀਆਂ ਬਸ਼ਾਰਾਂ ਨਾਲ ਮਤਲਬ ਜਿਹਨੂੰ ਕਹਿੰਦੇ ਮਦਹੋਸ਼ ਬੇਹੋਸ਼ ਹੀ ਕਰ ਦਿੱਤਾ। ਗੱਲ ਸੱਚੀ ਹੈ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਸਾਡੇ ਨਾਲ ਰਿਟਾਇਰਡ IAS ਆਫੀਸਰ ਸਰਦਾਰ ਕੁਲਬੀਰ ਸਿੰਘ ਸਿੱਧੂ ਹੋਣੀ ਮੌਜੂਦ ਨੇ ਸਟੂਡੀਓ ਦੇ ਵਿੱਚ। ਇਹ ਆਪ ਸਿੰਘੂ ਬਾਰਡਰ ਤੇ ਵੀ ਗਏ, ਕਿਸਾਨਾਂ ਨੂੰ ਇਹਨਾਂ ਨੇ ਸਮਰਥਨ ਵੀ ਦਿੱਤਾ। IAS ਲੌਬੀ ਵੱਲੋਂ ਜਿਹੜੇ ਰਿਟਾਇਰਡ ਅਫਸਰ ਨੇ ਜਿਹੜੇ ਕਿ ਕਿਸੇ ਵਕਤ ਸਾਈਨ ਕਰਦੇ ਹੁੰਦੇ ਸੀ ਆਰਡਰਾਂ ਤੇ ਸਰਕਾਰਾਂ ਦੇ, ਤੇ ਜਾ ਕੇ ਕਿਸਾਨਾਂ ਦੇ ਨਾਲ ਇਹਨਾਂ ਦੀ ਲੌਬੀ ਖੜੀ ਹੈ। ਪਹਿਲਾਂ ਤਾਂ ਇਹ ਮੁਬਾਰਕਾਂ ਨੇ ਪੰਜਾਬੀਆਂ ਨੂੰ ਕਿ ਸਾਰੇ ਪੰਜਾਬੀ, ਚਾਹੇ ਉਹ ਅਫਸਰ ਹੋਵੇ, ਚਾਹੇ ਉਹ ਕਿਸੇ ਪਿੰਡ ਦਾ ਸਿਰੀ ਹੋਵੇ ਤੇ ਚਾਹੇ ਆਮ ਮਜ਼ਦੂਰ ਹੋਵੇ, ਸਾਰੇ ਇੱਕ ਮੰਚ ਤੇ ਇਕੱਠੇ ਹੋਏ ਨੇ। ਤੇ ਸਰਦਾਰ ਕੁਲਬੀਰ ਸਿੰਘ ਸਿੱਧੂ ਹੋਣਾ ਨੂੰ ਅਸੀਂ ਸਟੂਡੀਓ ਦੇ ਵਿੱਚ ਸੱਦਿਆ ਆ, ਗੱਲਬਾਤ ਉਹਨਾਂ ਨਾਲ ਜਾਰੀ ਕਰਾਂਗੇ। ਸਿੱਧੂ ਸਾਹਿਬ, ਸਵਾਗਤ ਕਰਦੇ ਨਾਲ ਨਾਲ ਮੈਂ ਤੁਹਾਨੂੰ ਸਵਾਲ ਵੀ ਕਰਦਾ ਆ ਜੀ ਕਿ ਇਹ ਦਿੱਲੀ ਵਾਲੀ ਸਿਚੁਏਸ਼ਨ ਬਣੀ ਕਿੱਦਾਂ ਆ, ਕਿਉਂ ਬਣੀ ਹੈ? ਸੰਖੇਪ ਦੇ ਵਿੱਚ ਦਰਸ਼ਕਾਂ ਨਾਲ ਸਾਂਝੇ ਕਰੋ ਜੀ ਵਿਚਾਰ। ਭਾਜੀ ਅਸੀਂ ਸਾਰੇ ਜਾਣਦੇ ਹਾਂ ਕਿ ਰਿਫਾਰਮ ਦੇ ਨਾਂ ਦੇ ਉੱਤੇ 3 ਜਿਹੜੇ ਐਗਰੀਕਲਚਰ ਰਿਫਾਰਮ ਐਕਟ ਬਣ ਚੁੱਕੇ ਹੁਣ ਉਹ ਜੂਨ ਦੇ ਕਰੀਬ ਆਏ ਤੇ ਉਹ ਕੋਈ ਰੌਲੇ ਵਾਲੀ ਗੱਲ ਨਹੀਂ ਸੀ, ਕਿਉਂਕਿ ਉਹਨਾਂ ਦੀ ਜਿਹੜੀ ਬੈਕਗਰਾਊਂਡ ਹੈ ਉਹ ਇਹ ਹੈ ਕਿ ਐਗਰੀਕਲਚਰ ਨੂੰ ਅਸੀਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਾਂ ਗੈਟ ਦੇ ਮੁਆਹਦਿਆਂ ਦੇ ਮੁਤਾਬਕ ਉਸ ਦਾ ਹਾਣੀ ਬਣਾਉਣਾ ਸੀ। ਇੰਟਰਨੈਸ਼ਨਲ ਮੋਨਟਰੀ ਫੰਡ ਦੇ ਉੱਤੇ ਜਿਹੜੇ ਸਾਨੂੰ ਫੰਡਸ ਮਿਲਣੇ ਸੀ ਉਹ ਉਹਨਾਂ ਦੇ ਨੂੰ ਵਾਪਸ ਅਸੀਂ ਲੈਣਾ ਸੀ। ਤਾਂ ਸਰਕਾਰ ਦੇ ਲੈਵਲ ਦੇ ਉੱਤੇ ਇਹ ਜਿਹੜੀਆਂ ਚੀਜ਼ਾਂ ਬੜੀਆਂ ਜ਼ਰੂਰੀ ਸੀ, ਪਰ ਜਿਹੜਾ ਇਹਨਾਂ ਦਾ ਤਰੀਕਾਕਾਰ ਹੋਇਆ ਸਪੈਸ਼ਲੀ ਕਰੋਨਾ ਦੀ ਮਹਾਮਾਰੀ ਵਿੱਚ, ਜਦੋਂ ਇੱਕ ਪਾਸੇ ਸਰਕਾਰ ਕਹਿੰਦੀ ਹੈ ਵੀ ਤੁਸੀਂ ਆਪਣੀ ਘਰਵਾਲੀ ਤੋਂ ਵੀ 6 ਫੁੱਟ ਦੂਰ ਰਹੋ ਭਾਈ, ਤਾਂ ਉਸ ਦੇ ਵਿੱਚ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਤੇ ਜਿਹੜਾ ਅਨਕੌਂਸਟੀਟਿਊਸ਼ਨਲ ਕੰਮ ਹੋਇਆ ਕਿ ਵਾਇਸ ਵੋਟ ਨਾਲ ਉਸ ਨੂੰ ਪਾਸ ਕਰ ਦਿੱਤਾ ਗਿਆ। ਜਦੋਂ ਉਸ ਤੋਂ ਬਾਅਦ ਫਿਰ ਹੋਰ ਉਸ ਨੂੰ ਤੁਸੀਂ ਕਹਿੰਦੇ ਹੋ ਸੰਖੇਪ 'ਚ ਦੱਸੋ,
ਤਾਂ ਸਬਾਬੋ ਦਾ ਬਣਾਇਆ ਗਿਆ ਇੰਟਰਨੈਸ਼ਨਲ ਮੋਨਿਟਰੀ ਫੰਡ ਤੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ। ਤੇ ਗੱਲ ਵਿੱਚੋਂ ਕੀ ਨਿਕਲੀ ਵੀ ਲੰਬੜਾਂ ਦੇ ਸੰਨ ਲੱਗ ਗਈ ਤੇ ਅੰਦਰੋਂ ਨਿਕਲੀ ਸਾਗ ਹੋਈ ਤੌੜੀ। ਵੀ ਉਹਨਾਂ ਦਾ ਹੀਰ ਪਿਆਜ਼ ਨੰਗਾ ਕੀ ਹੋਇਆ ਕਿ ਸਿੱਖ ਕਿਸਾਨੀ ਨੂੰ ਜਿਹੜੀ ਕਿ 20-25-30 ਸਾਲ ਤੋਂ ਕਿਸਾਨੀ ਬਿਮਾਰ ਚੱਲਦੀ ਆ ਰਹੀ ਹੈ, ਖੁਦਕੁਸ਼ੀਆਂ ਦੇ ਘਰ ਚੜ੍ਹੀ ਹੋਈ ਹੈ, ਉਹਨਾਂ ਨੂੰ ਤੁਸੀਂ ਵਰਲਡ ਚੈਂਪੀਅਨ ਬਣਾਉਣ ਲਈ ਉਹਨਾਂ ਨੂੰ ਦੁਬਾਰਾ ਤੋਂ ਸਰਵਾਈਵ ਕਰਕੇ ਉਹਨਾਂ ਨੂੰ ਇਨਸੈਂਟਿਵ ਦੇ ਕੇ ਗ੍ਰੀਨ ਰੈਵੋਲੂਸ਼ਨ ਦੇ ਵੇਲੇ ਦੇ ਜਿਹੜੇ ਜਿਸ ਤਰ੍ਹਾਂ ਇਹਨਾਂ ਨੇ ਗ੍ਰੀਨ ਰੈਵੋਲੂਸ਼ਨ ਲਿਆਂਦਾ ਉਸ ਤਰ੍ਹਾਂ ਦੇ ਉਹਨਾਂ ਨੂੰ ਹਲਾਸ਼ੇਰੀ ਦੇਣ ਤੋਂ ਬਿਨਾਂ ਇੱਕਦਮ ਉਹਨਾਂ ਨੂੰ ਕਿਹਾ ਕਿ ਤੁਸੀਂ ਜੀ ਜਾ ਕੇ ਨਾਰਮਲੀ ਜਿੰਨੇ ਵੀ ਦੁਨੀਆ ਦੇ ਵਿੱਚ ਸੁਧਾਰ ਹੋਏ ਹੁੰਦੇ ਰਹਿੰਦੇ, ਅਮਰੀਕਾ, ਕੈਨੇਡਾ, ਇੰਗਲੈਂਡ ਦੇ ਅਗਰੇਰੀਅਨ ਰੈਵੋਲੂਸ਼ਨ ਹੈ ਜਿਹੜਾ ਉਹ ਅੱਜ ਤੱਕ ਦਾ ਸਭ ਤੋਂ ਵੱਡਾ ਮੰਨਿਆ ਗਿਆ। ਉਹਨਾਂ ਨੇ ਐਗਰੀਕਲਚਰ ਨੂੰ ਥਰੂ ਇੰਡਸਟਰੀ ਅੱਗੇ ਲਿਆਂਦਾ ਤੇ ਇੱਥੇ ਅਸੀਂ ਇੰਡਸਟਰੀ ਨੂੰ ਤਾਂ 50 ਸਾਲ ਤੋਂ ਇਗਨੋਰ ਕੀਤਾ, ਜਾਣੇ ਅਣਜਾਣੇ, ਤੇ ਇੱਕਦਮ ਉਹਨਾਂ ਨੂੰ ਟ੍ਰੇਡ ਨਾਲ ਬੰਨ੍ਹ ਦਿੱਤਾ। ਪੇਂਡੂ ਮੈਟਾਫਰ ਦੇ ਵਿੱਚ ਜੇ ਗੱਲ ਸਮਝਾਉਣੀ ਹੋਵੇ ਤਾਂ ਇਹ ਹੈ ਭਾਈ ਬਲਦ ਨੂੰ ਊਠ ਨਾਲ ਪੰਜਾਲੀ 'ਚ ਬੰਨ੍ਹਤਾ, ਜਾਂ ਛੋਟੇ ਨੂੰ ਇੱਕ ਜਿਹੜਾ ਸਿੱਖ ਪਲੇਅਰ ਹੈ ਉਸ ਨੂੰ ਤੁਸੀਂ ਵਰਲਡ ਚੈਂਪੀਅਨ ਦੇ ਸਾਹਮਣੇ ਖੜਾ ਕਰ ਦਿੱਤਾ। ਤੇ ਇੱਥੇ ਆ ਕੇ ਮਸਲਾ ਖੜਾ ਹੋ ਗਿਆ ਸਰਵਾਈਵਲ ਆਫ ਐਗਰੀਕਲਚਰ ਦਾ, ਸਰਵਾਈਵਲ ਆਫ ਕਿਸਾਨੀ ਦਾ। ਤਾਂ ਇੱਥੋਂ ਤੁਹਾਡਾ ਅੰਦੋਲਨ ਸ਼ੁਰੂ ਹੋਇਆ। ਇੱਥੋਂ ਸਿੱਧੂ ਸਾਹਿਬ ਤੁਸੀਂ ਆਮ ਕਰਕੇ ਬਤੌਰ ਅਫਸਰ ਵੀ ਪਿੰਡਾਂ 'ਚ ਬਹੁਤ ਵਿਚਰਦੇ ਰਹੇ ਹੋ। ਜਦੋਂ ਤੁਸੀਂ ਡਿਊਰਿੰਗ ਸਰਵਿਸ ਤੁਸੀਂ ਕਮਿਸ਼ਨਰ ਰਹੇ ਹੋ, ਫਿਰੋਜ਼ਪੁਰ ਵੀ ਰਹੇ ਹੋ, ਤੇ ਕਈ ਤੁਸੀਂ ਸਰਕਾਰ ਕਾਲਜ ਦੇ ਟਾਈਮ 'ਚ ਮੈਟ੍ਰਿਕ ਤੋਂ ਬਾਅਦ ਮੇਰੇ ਪਾਪਾ ਜੀ 1930 ਦੇ ਗ੍ਰੈਜੂਏਟ ਹੋਣ ਕਰਕੇ ਉਹਨਾਂ ਦੇ ਸੰਸਕਾਰ ਸੀ ਜੋ ਉਹਨਾਂ ਨੇ ਮੈਨੂੰ ਦਿੱਤੇ। ਉਹਨਾਂ ਨੇ ਮੈਨੂੰ ਕਾਕਾ ਨਾਮ ਬਣਨ ਦੀ ਗਰਜ਼ ਨਾਲ ਸੀਰੀਆਂ ਪਾਲੀਆਂ ਨਾਲ ਮੈਟ੍ਰਿਕ ਦੇ ਇਮਤਿਹਾਨਾਂ ਤੋਂ ਲੈ ਕੇ ਅੱਗੇ ਪ੍ਰੈਪ ਦੇ ਸੈਸ਼ਨ ਸ਼ੁਰੂ ਹੋਣ ਤੱਕ ਤੇ ਡਬਲ MA ਜਦੋਂ ਮੈਂ MA ਇੰਗਲਿਸ਼ ਤੇ ਹਿਸਟਰੀ ਕੀਤਾ ਉਦੋਂ ਤੱਕ ਮੈਥੋਂ ਖੇਤੀ ਕਰਵਾਈ ਤੇ ਮੈਂ ਫਿਰ ਬੜੇ ਸ਼ੌਕ ਨਾਲ ਖੇਤੀ ਕੀਤੀ। ਸੋ ਇਕੱਲਾ ਜ਼ਿਮੀਂਦਾਰ ਹੋਣ ਕਰਕੇ ਜਾਂ ਕਿਸਾਨ ਦਾ ਪੁੱਤ ਹੋਣ ਕਰਕੇ ਨਹੀਂ, ਮੈਂ ਹੱਥੀਂ ਹਲ ਵੀ ਵਾਏ ਹੈ, ਨਰਮਾ ਕਪਾਹ ਵੀ ਬੀਜੇ ਹੈ। ਜੀ ਜੀ ਸਿੱਧੂ ਸਾਹਿਬ ਮੈਂ ਇਹ ਪੁੱਛਣਾ ਚਾਹ ਰਿਹਾ ਕਿ ਤੁਸੀਂ ਬਤੌਰ ਅਫਸਰ ਵੀ ਪਿੰਡਾਂ 'ਚ ਘੁੰਮੇ ਹੋ ਜੀ, ਤੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਕਿਸਾਨ, ਪੰਜਾਬ ਦੇ ਖੇਤ, ਜੋ ਇਨਫਰਾਸਟ੍ਰਕਚਰ ਸਾਨੂੰ ਸਰਕਾਰਾਂ ਨੇ ਪ੍ਰੋਵਾਈਡ ਕੀਤਾ, ਚਾਹੇ ਉਹ ਕੇਂਦਰ ਦੀ ਸਰਕਾਰ ਆ ਚਾਹੇ ਰਾਜ ਸਰਕਾਰ ਆ, ਪੰਜਾਬ ਦੀ ਸਰਕਾਰ ਆ, ਜਿਹੜਾ ਇਨਫਰਾਸਟ੍ਰਕਚਰ ਜਿਹੜਾ ਅਮਲਾ ਫੈਲਾ ਚਾਹੀਦਾ ਹੁੰਦਾ ਕਿ ਜੀ ਅਸੀਂ ਤਾਂ ਇੱਕ ਕਾਰਪੋਰੇਟ ਵਰਲਡ ਵੱਲ ਜਾ ਰਹੇ ਹਾਂ, ਕੀ ਸਾਡੇ ਪਿੰਡਾਂ ਦੇ ਵਿੱਚ ਉਹ ਬੁਨਿਆਦੀ ਸਹੂਲਤਾਂ ਪੂਰੀਆਂ ਨੇ ਕਿ ਅਸੀਂ ਇੱਕ ਕੰਪੀਟੀਟਰ ਨੂੰ, ਵਰਲਡ ਲੈਵਲ ਦੇ ਕੰਪੀਟੀਟਰ ਨੂੰ ਅਸੀਂ ਕੰਪੀਟ ਕਰੀਏ? ਬਸ ਵਾਹਿਗੁਰੂ ਬੋਲੋ ਤੇ ਇਹਦੇ ਤੇ ਜਵਾਬ ਲੈਣ ਦੇ ਲਈ ਆਪਣਾ ਜਿਹੜਾ ਲਿਮਟਿਡ ਫਾਰਮੈਟ ਹੈ ਉਸ ਤੋਂ ਆਪਾਂ ਬਾਹਰ ਨਿਕਲੀਏ। ਬਸ ਵਾਹਿਗੁਰੂ ਹੀ ਬੋਲੋ। ਮੈਂ ਤਾਂ ਕਹਿੰਦਾ ਖੁਦਕੁਸ਼ੀਆਂ ਦੇ ਘਰ ਚੜੇ ਫਿਰਦੇ ਆ। ਤੁਹਾਡਾ ਪਿਛਲੇ 50 ਸਾਲਾਂ 'ਚ ਪਹਿਲਾਂ ਤੁਸੀਂ ਕਹਿੰਦੇ ਹੁੰਦੇ ਸੀ ਖਰਚ ਆਮਦਨ ਅਠਿਆਨੀ, ਖਰਚ ਰੁਪਈਆ, ਤੇ ਜਨਾਬ ਜੇ 1976 ਦੇ ਗ੍ਰੀਨ ਰੈਵੋਲੂਸ਼ਨ ਦਾ ਕਣਕ ਦਾ ਭਾਅ ਕਲਿਆਣ ਦਾ ਜਿਹੜੀ ਅਮਰੀਕਨ ਕਣਕ ਆਈ ਸੀ ਤੇ ਉਹਦਾ ਭਾਅ ਹੁੰਦਾ ਸੀ 76 ਰੁਪਈਏ, ਹੁਣ ਹੋ ਗਏ 1900। ਆ ਪਿਛਲੀ ਵਾਰੀ 1800 ਸੀ, ਆ ਹੁਣ ਰੌਲਾ ਜਿਹਾ ਪਿਆ ਤਾਂ 1900 ਕਰਤੀ। ਇਹ ਤਾਂ ਵਧੀ ਹੈ 23 ਗੁਣਾ। ਤੇ ਜਿਹੜਾ ਜਨਾਬ ਤੁਹਾਡਾ ਇਨਪੁਟ ਹੈ, ਡੀਜ਼ਲ ਲੈ ਲਓ, ਰੇਲ ਲੈ ਲਓ, ਖਾਦ ਲੈ ਲਓ, ਸਪਰੇਅ ਲੈ ਲਓ, ਜਿਹਦੇ ਮੇਨ ਸਪਲਾਇਰ ਫਿਰ ਇਹੀ ਮੋਦੀ ਅਦਾਨੀ ਹੋ ਰਹੀ ਹੈ, ਇਹ ਜਨਾਬ ਸਿਰਫ 140 ਗੁਣਾ ਹੀ ਵਧੀ ਹੈ। ਤੇ ਹੁਣ ਤੁਸੀਂ ਮੈਨੂੰ ਸਵਾਲ ਕੀਤਾ ਸੀ ਤੇ ਮੈਂ ਕਿਹਾ ਸੀ ਵਾਹਿਗੁਰੂ ਬੋਲੋ, ਕਿਹੜਾ ਇੱਥੇ ਇਨਫਰਾਸਟ੍ਰਕਚਰ ਤੇ ਕਿੰਨੇ ਇਨਫਰਾਸਟ੍ਰਕਚਰ ਦੇ ਬਾਰੇ ਕੁਝ ਸੋਚਿਆ, ਕਿੰਨੇ ਇੱਥੇ ਇੰਡਸਟਰੀ ਦੇ ਬਾਰੇ ਸੋਚਿਆ? ਜਦੋਂ ਸੋਚਿਆ ਹਿਮਾਚਲ ਨੂੰ ਤੁਸੀਂ ਫੈਸਿਲਿਟੀਜ਼ ਦੇਤੀਆਂ ਤੇ ਜਿਹੜੀ ਤੁਹਾਡੀ ਗੋਬਿੰਦਗੜ੍ਹ, ਮੋਹਾਲੀ ਤੇ ਅੰਮ੍ਰਿਤਸਰ ਦੀ ਇੰਡਸਟਰੀ ਸੀ ਜਾਂ ਉਹ ਹਿਮਾਚਲ ਨੂੰ ਤੁਰ ਗਈ ਤੇ ਮੇਰੇ ਵੀਰ ਜਾਂ ਉਹ ਦਿੱਲੀ ਨੂੰ ਤੁਰ ਗਈ। ਜੀ ਹਾਂਜੀ, ਯਾਨੀ ਕਿ ਜਿਹੜੇ ਖੇਤੀ ਲਈ, ਆਧੁਨਿਕ ਖੇਤੀ ਦੇ ਲਈ ਸੰਦ ਚਾਹੀਦੇ ਨੇ, ਜਿਹੜਾ ਲਿਟਰੇਚਰ ਕਿਸਾਨਾਂ ਨੂੰ ਚਾਹੀਦਾ ਕਿ ਭਾਈ ਇਹਨੂੰ ਪੜ੍ਹ ਕੇ ਤੁਸੀਂ ਅੱਗੇ ਵਧ ਲਓ, ਉਹ ਚੀਜ਼ਾਂ ਵੀ ਹਜੇ ਤੱਕ ਪਿੰਡਾਂ 'ਚ ਨਹੀਂ ਪਹੁੰਚੀਆਂ ਜਿਹਦੇ ਕਰਕੇ ਕਿਸਾਨ ਵਿਕਸਿਤ ਹੋ ਸਕੇ। ਵਾਹਿਗੁਰੂ ਬੋਲੋ ਭਾਈ। ਮੈਂ ਮਤਲਬ ਉਹ ਗੱਲਾਂ ਤੁਸੀਂ ਮੈਨੂੰ ਪੁੱਛ ਰਹੇ ਹੋ ਜਿਹੜੀਆਂ ਦਾ ਮੈਂ ਜੇ ਜਵਾਬ ਦਿਆਂਗਾ ਤੇ ਐਂ ਲੱਗੂ ਵੀ ਇਹ ਜਨਾਬ ਦਫ਼ਤਰਾਂ 'ਚ ਬੈਠਾ ਰਿਹਾ
ਤੇ ਬਸ ਉਹ ਦਫ਼ਤਰੀ ਦੀਆਂ ਗੱਲਾਂ ਕਰੀ ਜਾਂਦਾ। ਜੀ ਮੈਂ ਤੁਹਾਨੂੰ ਗਰਾਊਂਡ ਲੈਵਲ ਦੀ ਗੱਲ ਦੱਸਦਾ। ਸੋ ਮੈਨੂੰ ਕਿਸੇ ਨੇ ਪੁੱਛਿਆ ਜਦੋਂ ਅਸੀਂ IAS ਵਾਲਿਆਂ ਨੇ ਤੁਹਾਨੂੰ ਸਪੋਰਟ ਦਿੱਤੀ ਹੈ ਕਿ ਜੀ ਤੁਸੀਂ ਸਾਰੀ ਉਮਰ ਤਾਂ ਬੋਲੇ ਨਹੀਂ, ਤੇ ਮੈਂ ਉਹਨਾਂ ਨੂੰ ਕਿਹਾ ਵੀ ਪਹਿਲਾਂ ਸਾਡੇ ਬੋਲਣ ਦਾ ਤਰੀਕਾ ਫਾਈਲਾਂ ਤੇ ਹੁੰਦਾ ਸੀ। ਜੀ ਇਹ ਨਹੀਂ ਵੀ ਸਾਰੇ ਹੀ ਬੋਲਦੇ ਹੁੰਦੇ ਸੀ, ਪਰ ਕੁਛ ਨਾ ਕੁਛ ਮਨੋਹਰ ਸਿੰਘ ਗਿੱਲ, ਕੁਛ ਨਾ ਕੁਛ ਬੋਪਾ ਰਾਏ ਸਾਹਿਬ ਵਰਗੇ, ਕੁਛ ਨਾ ਕੁਛ ਰਮੇਸ਼ ਚੰਦਰ ਸਿੰਘ ਵਰਗੇ, ਈਵਨ ਚਲੋ ਜੇ ਤੁਸੀਂ ਇੱਥੇ ਨਾ ਹਿੰਦੂ ਸਿੱਖ ਦਾ ਸਵਾਲ ਖੜਾ ਕਰ ਲਓ ਤਾਂ ਸੁਬੋਧ ਚੰਦਰ ਵਰਗੇ ਚੀਫ ਸੈਕਟਰੀ, ਰਾਜਨ ਕਸ਼ਯਪ ਸਾਹਿਬ ਵਰਗੇ, ਉਹ ਵੀ ਬੋਲਦੇ ਸੀ ਜਿੱਥੇ ਜਿੱਥੇ ਵੀ। ਫਰਕ ਮੈਂ ਹੀ ਆਪਣੀ ਗੱਲ ਕਰਦਾ, MD ਸ਼ੂਗਰਫੈਡ ਦੇ ਤੌਰ ਤੇ ਜਦੋਂ ਮਿੱਲਾਂ ਵੇਚਣ ਦਾ ਕਿਤੇ ਮਸਲਾ ਆਇਆ 2004 ਦੇ ਵਿੱਚ, ਤੇ ਮੈਂ ਬੋਲਿਆ ਫਾਈਲਾਂ ਤੇ। ਹਾਂ, ਰਿਟਾਇਰਮੈਂਟ ਤੋਂ ਬਾਅਦ ਜਿਸ ਤਰ੍ਹਾਂ ਅਸੀਂ ਤੁਹਾਡੇ ਪਬਲਿਕ ਡੋਮੇਨ 'ਚ ਆ ਜਾਂਦੇ ਹਾਂ, ਪਬਲਿਕ ਪਲੇਟਫਾਰਮ ਤੇ ਆ ਜਾਂਦੇ ਹਾਂ, ਉਹ ਪਹਿਲਾਂ ਅਸੀਂ ਨਹੀਂ ਸੀ ਆ ਸਕਦੇ। ਤਾਂ ਹੁਣ ਜਿਹੜਾ ਤੁਸੀਂ ਇਹ ਗੱਲਾਂ ਕਰਦੇ ਹੋ ਕਿ ਮੈਨੂੰ ਕਿਸੇ ਨੇ ਸਵਾਲ ਕੀਤਾ, ਤੁਸੀਂ ਵੀ ਕਰ ਸਕਦੇ ਹੋ, ਲੋਕਾਂ ਨੂੰ ਵੀ ਸ਼ੰਕਾ ਜੀ ਹੋ ਰਹੀ ਹੈ ਕਿ ਇਹ ਤਾਂ ਸਰਕਾਰ ਨਾਲ ਇਹਨਾਂ ਦਾ ਰਿਸ਼ਤਾ ਚੋਰ ਕੁੱਤੀ ਦਾ ਹੁੰਦਾ, ਤੇ ਇਹ ਅੱਜ ਸਰਦਾਰ ਕੁਲਬੀਰ ਸਿੰਘ ਸਿੱਧੂ ਪਹਿਲਾਂ ਤਾਂ ਕਦੇ ਬੋਲਦਾ ਨਹੀਂ ਸੀ ਸੁਣਿਆ, ਤੇ ਅੱਜ ਇਹ ਬੈਠੇ ਸਰਦਾਰ ਜੀ ਬੋਲੀ ਜਾਂਦੇ। ਉਹ ਇਹ ਹੈ ਕਿ ਅਸੀਂ ਮੇਰੇ ਵੀਰ ਜੰਮੇ ਵੀ ਕਿਸਾਨ ਪੁੱਤ ਸੀ, ਬੜੇ ਪਲੇ ਵੀ ਕਿਸਾਨ ਪੁੱਤ, ਉਹ ਸਮੇਂ ਦੀਆਂ ਬੰਦਿਸ਼ਾਂ ਸੀ। ਠੀਕ ਹੈ, ਉਦੋਂ ਤੁਸੀਂ ਫਾਈਲਾਂ ਦੇ ਥਰੂ ਕਿ ਜਿਹੜੀ ਆਮ ਲੋਕਾਂ ਦੇ ਹੱਕ 'ਚ ਗੱਲ ਸੀ ਤੇ ਫਾਈਲ ਤੁਹਾਡੀ ਬੋਲਦੀ ਸੀ, ਪੈਨ ਬੋਲਦਾ ਸੀ, ਉਹ ਆਮ ਪਬਲਿਕ ਵਿੱਚ ਨਹੀਂ ਸੀ ਆਉਂਦੀ। ਜੀ ਜੀ ਜੀ, ਬੜੀ ਘੱਟ ਆਉਂਦੀ ਸੀ। ਜੀ ਜੀ, ਨਹੀਂ ਤਾਂ ਲਖਨਪਾਲ ਸਾਹਿਬ ਵਰਗਿਆਂ ਨੇ ਵੀ ਜਦੋਂ ਪਾਣੀਆਂ ਦੇ 2004 'ਚ ਅਮਰਿੰਦਰ ਸਿੰਘ ਨੇ ਫੈਸਲੇ ਐਬਰੋਗੇਟ ਕੀਤੇ, ਅਨਲ ਕੀਤੇ, ਤਾਂ ਉਹ ਲਖਨਪਾਲ ਸਾਹਿਬ ਹੋਰਾਂ ਦੀ ਗੱਲ ਤਸਕਰ ਸਾਹਮਣੇ ਆ ਗਈ ਸੀ, ਕਿਉਂਕਿ ਅਮਰਿੰਦਰ ਸਿੰਘ ਸਾਹਿਬ ਦੀ ਗੱਲ ਉਹਨਾਂ ਨੂੰ ਉਸ ਵੇਲੇ ਇੰਨਾ ਕ੍ਰੈਡਿਟ ਦੇ ਗਈ ਸੀ ਕਿ ਉਹ ਅਮਰਿੰਦਰ ਸਿੰਘ ਸੀ ਜਿਨ੍ਹਾਂ ਨੇ ਲਾਅ ਐਬਰੋਗੇਟ ਕਰ ਦਿੱਤੇ ਸੀ। ਜੀ ਅੱਛਾ, ਹੁਣ ਜਿਹੜਾ ਸਾਡਾ ਹੈਗਾ ਉਹ ਇਹ ਹੈ ਕਿ ਮੈਂ ਕਹਿੰਦਾ ਵੀ ਤੁਸੀਂ ਕਹਿੰਦੇ ਹੋ ਵੀ ਰਾਜੇਵਾਲ ਦਾ ਕੇਸ ਹੈ ਜਾਂ ਕਿ ਸਿੱਧੂਪੁਰ ਦਾ ਕੇਸ ਲੜ ਰਹੇ, ਉਹ ਤਾਂ ਭਾਈ ਮੇਰਾ ਕੇਸ ਲੜ ਰਹੇ ਹੈ ਜੀ, ਉਹ ਰਵਿੰਦਰ ਜੀ ਤੁਹਾਡਾ ਕੇਸ ਲੜ ਰਹੇ ਜੀ। ਹੁਣ ਜ਼ਰੂਰੀ ਨਹੀਂ ਜੇ ਤੁਹਾਡੀ ਜ਼ਮੀਨ ਹੋਵੇ, ਤੁਸੀਂ ਸੀਰੀ ਪਾਈ ਤਾਂ ਹੋਵੋਗੇ, ਕੋ-ਸ਼ੇਅਰਰ ਤਾਂ ਹੋਵੋਗੇ ਜੀ, ਤੁਸੀਂ ਲੇਬਰ ਤਾਂ ਹੋਵੋਗੇ, ਕੁਝ ਵੀ ਨਹੀਂ ਹੋ ਤੁਸੀਂ, ਐਂਡ ਪ੍ਰੋਡਕਟ ਨੂੰ ਯੂਜ਼ ਕਰਨ ਵਾਲੇ ਕੰਜ਼ਿਊਮਰ ਤਾਂ ਹੈਗੇ ਹੋ ਮੇਰੇ ਵੀਰ ਜੀ। ਹੁਣ ਤੁਹਾਨੂੰ 19 ਰੁਪਏ ਦੀ ਕੁਇੰਟਲ ਕਣਕ ਮਿਲਦੀ ਹੈ ਜਾਂ ਮੈਨੂੰ ਭਾਅ ਮਿਲਦਾ, ਜਦੋਂ ਪੈਕਟ 'ਚ ਬਣ ਕੇ ਆਈ ਨਾ, ਤੇ ਹੁਣ ਜਿਹੜਾ ਮਾਲ ਤੇ ਅੱਜ ਹੀ ਦੱਸ ਦਿਓ 80 ਰੁਪਏ ਦੀ ਦਾਲ ਨਹੀਂ ਹੈਗੀ ਜੀ, ਤੇ ਜਦੋਂ ਕਣਕ ਦਾ ਪੈਕਟ ਤੁਹਾਨੂੰ ਕਿਤੇ ਉਹਨਾਂ ਨੇ ਦਿਖਾ ਤਾ 132 ਰੁਪਏ ਦਾ ਕਿਲੋ, ਉਦੋਂ ਕੀ ਭਾਣਾ ਵਰਤੂਗਾ ਜੀ, ਤੇ ਉਦੋਂ ਧਰਤੀ ਨਾ ਹਲਦੀ ਵਰਗੀ ਪੀੜੀ ਪੀੜੀ ਦਿਸੂਗੀ ਮੇਰੇ ਵੀਰ ਜੀ। ਜੀ। ਤੇ ਸਿੱਧੂ ਸਾਹਿਬ, ਹਰਿਆਣਾ ਨੂੰ ਕੀ ਜ਼ਰੂਰਤ ਪਈ ਸੀ ਇਦਾਂ ਰੋਕਣ ਦੀ? ਜੇ ਤੁਸੀਂ ਪੋਲਿਟਿਕਸ ਸਮਝਦੇ ਹੋ ਅਫਸਰਾਂ ਵਾਲੀ ਜਾਂ ਰਾਜਨੀਤਿਕ ਲੋਕਾਂ ਵਾਲੀ, ਬਹੁਤ ਕਰੀਬ ਤੋਂ ਤੁਸੀਂ ਦੇਖੀ ਆ ਪੰਜਾਬ ਹਰਿਆਣਾ ਸਰਕਾਰ, ਕੀ ਹਰਿਆਣਾ ਨੂੰ ਕੀ ਜ਼ਰੂਰਤ ਪਈ ਸੀ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਦੀ? ਕਿਉਂ ਰੁਕਾਵਟਾਂ ਪਾਉਂਦੇ ਸੀ? ਹਰਿਆਣਾ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਸੈਂਟਰ ਤੋਂ ਲੈ ਕੇ ਸਟੇਟਾਂ ਤੱਕ, ਤੇ ਹੁਣ ਆਪਾਂ ਆਪਣੀ ਸਟੇਟ ਦੀ ਗੱਲ ਕਰੀਏ, ਪਿਛਲੇ 30 ਸਾਲਾਂ ਤੋਂ ਸਿਵਾਏ ਪਾਵਰ ਪੋਲਿਟਿਕਸ ਤੋਂ ਤੇ ਪੈਸੇ ਤੋਂ, ਕੁਰਸੀ ਤੇ ਕੁਰਸੀ ਦੇ ਨਾਲ ਜਿਹੜਾ ਪੈਸਾ ਹੈ ਜਿਹਦਾ ਕੜਾ ਸੂਤ ਹੁੰਦਾ, ਉਸ ਤੋਂ ਅੱਗੇ ਪੋਲਿਟਿਕਸ ਦਾ ਕੋਈ ਕਨਸੈਪਟ ਹੈ, ਕੋਈ ਵੈਲਫੇਅਰ ਕਨਸੈਪਟ ਹੈ, ਜਾਂ ਤੁਹਾਨੂੰ ਕੋਈ ਲੱਗਦਾ ਹੈ ਕਿ ਇਸ ਤੋਂ ਇਹ ਬਾਹਰ ਵੀ ਕੋਈ ਸਟੇਟ ਜਾਂ ਸਟੇਟ ਵੈਲਫੇਅਰ ਦੀ ਗੱਲ ਕਰਦਾ? ਹੁਣ ਰਹਿ ਗਈ ਇਹਨਾਂ ਨੇ ਮਨੋਹਰ ਲਾਲ ਖੱਟੜ ਜੀ ਨੇ ਕਿਉਂ ਕੀਤਾ? ਪਾਰਟੀ ਪੋਲਿਟਿਕਸ ਸੈਂਟਰ ਤੇ ਵੀ ਚੱਲ ਰਹੀ ਹੈ ਕਿ ਆਪਣੇ ਸਾਥੀ ਮਿੱਤਰਾਂ ਨੂੰ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਐਜ਼ ਫਾਈਨੈਂਸ਼ੀਅਲ, ਤੇ ਉਹਨਾਂ ਨੂੰ ਹੀ ਉਹਨਾਂ ਦੀ ਰੈਸੀਪ੍ਰੋਕੇਸ਼ਨ ਕਰ ਰਹੀ ਹੈ, ਤਾਂ ਉਹਨਾਂ ਨੂੰ ਹੀ ਇਹ ਕਹਿ ਕੇ ਕਿ ਪ੍ਰੋਕਿਉਰਮੈਂਟ ਵਗੈਰਾ ਸਾਡੀ ਜਿਹੜੀ ਹੁਣ ਦੀ ਇਸ ਵੇਲੇ ਦੀ ਫਿਸਕਲ ਪੋਜੀਸ਼ਨ ਹੈ ਜਾਂ ਸਾਡੀ ਇਕਨੋਮੀ ਦੀ ਪੋਜੀਸ਼ਨ ਹੈ, ਉਹਦੇ ਪ੍ਰੋਕਿਉਰਮੈਂਟ ਧੰਦਾ ਜਿਹੜਾ ਘਾਟੇਬੰਦੀ ਹੋ ਗਿਆ। ਦੂਜੇ ਪਾਸੇ ਫੂਡ ਸਰਪਲਸ ਹੋ ਗਿਆ। ਚਾਹੀਦਾ ਤਾਂ ਇਹ ਸੀ ਕਿ ਅਹਿਸਾਨਮੰਦੀ ਕਰਦੇ ਹੋਏ ਤੇ ਫਿਰ ਸਟੇਟਾਂ ਨੂੰ ਕਹਿੰਦੇ ਕਿ ਭਾਈ ਤੁਸੀਂ ਇਹੋ ਜਿਹੇ ਕਾਨੂੰਨ ਬਣਾਓ ਵੀ ਫਿਰ ਇਹ ਜ਼ਿਮੀਂਦਾਰ ਡੁੱਬ ਗਿਆ ਗ੍ਰੀਨ ਰੈਵੋਲੂਸ਼ਨ ਦੇ ਵਿੱਚ, ਇਹਦੀ ਸੋਇਲ ਕੁਆਲਿਟੀ ਖਤਮ ਹੋ ਗਈ, ਇਸ ਦੀ ਸਮਰੱਥਾ ਟੂ ਪ੍ਰੋਡਿਊਸ ਖਤਮ ਹੋ ਗਈ, ਕਿਉਂਕਿ ਖਰਚੇ ਦੇ
ਮੈਨੀ ਫੋਲਡ ਵੱਧ ਗਏ। ਉਹ ਕਰਨ ਦੀ ਬਜਾਏ ਸਰਕਾਰਾਂ ਨੇ ਕੀ ਕੀਤਾ, ਉੱਥੇ ਦੀ ਅਖੀਰਲੀ ਗੱਲ, ਮਾਈਕਰੋ ਨੂੰ ਸੰਭਾਲਣ ਦੀ ਬਜਾਏ ਮੈਕਰੋ ਦੇ ਵੱਲ ਪੈ ਗਏ। ਤੇ ਉਹਦਾ ਜਿਹੜਾ ਨਤੀਜਾ ਸਾਡੇ ਸਾਹਮਣੇ ਆ, ਮਨੋਹਰ ਲਾਲ ਖੱਟੜ ਜੀ ਨੇ ਪਾਰਟੀ ਦਾ ਹੁਕਮ ਮੰਨਦੇ ਹੋਏ ਇਹ ਜਿਹੜੀ ਸੀ ਨਾ ਜੰਗ ਹਿੰਦ ਪੰਜਾਬ ਦੀ ਬਣਾਤੀ। ਜਦੋਂ ਮੈਟਾਫਰ ਯੂਜ਼ ਹੋਇਆ ਸੀ, ਤੁਹਾਡੇ ਮੇਰੇ ਵਰਗੇ ਜਿਹੜੇ ਰੈਸ਼ਨਲ ਥਿੰਕਿੰਗ ਦੇ ਬੰਦੇ ਆ ਉਹ ਕਹਿੰਦੇ ਸੀ ਯਾਰ ਵੀ ਇਹ ਜੰਗ ਸ਼ਬਦ ਗਲਤ ਹੈ, ਉਹ ਸ਼ਾਹ ਮੁਹੰਮਦ ਵਰਤ ਗਿਆ, ਇਹ ਗਲਤ ਹੈ। ਪਰ ਜਦੋਂ ਤੱਕ ਇਹ ਦਿੱਲੀ ਪਹੁੰਚੇ ਹੈ ਤੇ ਮੇਰੇ ਵੀਰ ਠੰਡੇ ਪਾਣੀ ਨਾਲ ਨਾ ਜਿਹੜੇ ਅਸੀਂ ਵੱਡੇ ਵੱਡੇ ਅਫਸਰ ਹੈ ਜਾਂ ਮਿਨਿਸਟਰ ਹੈ, ਮੂੰਹ ਧੋ ਕੇ ਦਿਖਾ ਦਿਓ। ਤੇ ਇਹਨਾਂ ਨੇ ਉਹਨਾਂ ਨੂੰ ਪਾਣੀ ਦੀਆਂ ਬਿਸ਼ਾਰਾਂ ਨਾਲ ਮਤਲਬ ਜਿਹਨੂੰ ਕਹਿੰਦੇ ਬਦਹੋਸ਼ ਬੇਹੋਸ਼ ਹੀ ਕਰ ਦਿੱਤਾ। ਅੱਗੇ ਪਹੁੰਚ ਗਏ ਦਿੱਲੀ, ਤੇ ਦਿੱਲੀ ਉਹਨਾਂ ਨੂੰ ਇੱਕ ਨਵਾਂ ਮਹਾਭਾਰਤ ਮੀਟਿੰਗਾਂ ਦਾ ਛੇੜ ਲਿਆ। ਉਹ ਮਹਾਭਾਰਤ ਇਹ ਹੈ ਵੀ ਪੜ੍ਹਿਆਂ ਨੂੰ ਪੜ੍ਹਾਉਣ ਲੱਗੇ ਤੇ ਮਾਸਟਰ ਜੀ ਆਪ ਤਾਂ ਮੋਦੀ ਸਾਹਿਬ ਬਹਿੰਦੇ ਨਹੀਂ ਮੀਟਿੰਗਾਂ 'ਚ, ਜਿਹੜੇ ਕੰਪੀਟੈਂਟ ਅਥਾਰਟੀ ਹੈ ਟੂ ਚੇਂਜ, ਠੀਕ ਹੈ ਨਾ। ਤੇ ਉਹ ਆਇਆ ਜਿਵੇਂ ਮਾਸਟਰ ਆਪ ਗਹਿਰਾ ਰੋਜੇ ਤੇ ਜਾ ਕੇ ਕਲਾਸ 'ਚ ਬਹਿ ਜੇ ਤੇ ਅੱਖਾਂ ਬੰਦ ਕਰਕੇ ਬਹਿ ਜੇ ਤੇ ਮਨੀਟਰ ਨੂੰ ਪਹਾੜੇ ਯਾਦ ਕਰਾਉਣ ਤੇ ਲਾ ਦੇ ਜੀ। ਫਿਰ ਜੇ ਸਮਝ ਗਏ ਹੋ ਤੁਸੀਂ, ਇਹਨਾਂ ਨੂੰ 4 ਮੀਟਿੰਗਾਂ ਤੇ ਇਸ ਗੱਲ ਤੇ ਲਾਤੀਆਂ ਕਿ ਰਿਪੀਲ ਅੱਖਰ ਨਾ ਤੁਸੀਂ ਵਰਤੋ, ਤਾਂ ਇਸ ਦਾ ਰਿਪੀਲ ਦੀ ਥਾਂ ਤੇ ਕੋਈ ਹੋਰ ਅੱਖਰ ਵਰਤ ਲਓ, ਜਿੰਨੀਆਂ ਸੋਧਾਂ ਕਰਨੀਆਂ ਕਰ ਲਓ, ਰਿਪੀਲ ਨਾ ਕਹੋ ਜੀ। ਅੱਛਾ, ਹੁਣ ਇਹ ਐਡਾ ਵੱਡਾ ਮੈਥਮੈਟਿਕਸ ਹੈ ਵੀ ਹਿਮਾਚਲ 30 ਸਾਲ ਇਹਨਾਂ ਦੇ ਨਾਲ ਗਵਰਨਮੈਂਟ ਦਾ ਪਾਰਟ ਹੋਣ ਦੇ ਬਾਵਜੂਦ ਹੀ ਇਸ ਗੱਲ ਨੂੰ ਨਹੀਂ ਸਮਝ ਰਹੇ ਕਿ ਜਿਹੜੇ ਉੱਥੇ ਵੱਡੇ ਵੱਡੇ ਦਿਮਾਗਾਂ ਨੇ, ਮਤੀਰੇ ਏਡੇ ਏਡੇ ਸਿਰ ਹੈ ਭਾਈ ਸਾਡੇ, ਮਤੀਰਾ ਹਦਵਾਣੇ ਏਡੇ ਐਡੇ ਸਾਡੇ ਅਨੁਭਵ ਹੈ, ਐਡੇ ਤਜਰਬੇ। ਅਸੀਂ ਕਿਸਾਨਾਂ ਨੂੰ ਕਿਉਂ ਪੁੱਛਦੇ ਹੋ ਰਿਪੀਲ ਦਾ ਸਬਸਟੀਟਿਊਟ ਵਰਡ ਕਿਉਂ ਹੁੰਦਾ, ਸਾਨੂੰ ਨਹੀਂ ਆਉਂਦਾ। ਤਾਂ ਹੁਣ ਤੁਸੀਂ ਇਸ ਤੋਂ ਅੱਗੇ ਦੱਸੋ ਵੀ ਕੌਣ ਗਲਤ ਹੈ ਤੇ ਕੌਣ ਠੀਕ, ਤੇ ਫਿਰ ਸਵਾਲ ਪੁੱਛੋ ਕੀ ਪੁੱਛੋ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਜੀ, ਜਿਹੜਾ ਜੇ ਅਸੀਂ ਕਹਿੰਦੇ ਆ ਕਿ 77 ਲੈਵਲ ਦੇ ਬੰਦੇ IAS ਲੌਬੀ ਐਡੀ ਬੈਠੀ ਹੈ ਜਿਹੜੀ ਇਹਨਾਂ ਨੂੰ ਅਸਿਸਟ ਕਰਦੀ ਹੈ, ਮੰਤਰੀਆਂ ਨੂੰ ਸੰਤਰੀਆਂ ਨੂੰ, ਜਦੋਂ ਉਹ ਰਿਪੀਲ ਦਾ ਕੋਈ ਬਦਲ ਨਹੀਂ ਲੱਭ ਸਕਦੇ ਜਾਂ ਇਹ ਕਹਿ ਲਈਏ ਕਿ ਉਹਨੂੰ ਲਾਅ ਨੂੰ ਰਿਵੋਕ ਨਹੀਂ ਕਰ ਸਕਦੇ, ਖਤਮ ਨਹੀਂ ਕਰ ਸਕਦੇ, ਉਹਦੀ ਥਾਂ ਤੇ ਨਵਾਂ ਲਾਅ ਨਹੀਂ ਲਿਆ ਸਕਦੇ, ਜਾਂ ਕਿਸਾਨਾਂ ਤੋਂ ਸਲਾਹ ਮੰਗਦੇ ਨੇ, ਤਾਂ ਇਹ ਸਾਡੀ ਨਲਾਇਕੀ ਸ਼ਰੇਆਮ ਝਲਕਦੀ ਹੈ। ਪਰ ਕਿਸਾਨ ਜੋ ਚਾਹੁੰਦੇ ਨੇ ਕਿ ਇਹ ਕਾਨੂੰਨ ਤਿੰਨੇ ਰੱਦ ਕੀਤੇ ਜਾਣ, ਦੂਜੇ ਪਾਸੇ ਸਰਕਾਰ ਜ਼ਿੱਦ ਤੇ ਅੜੀ ਹੋਈ ਆ ਹਾਕਮਾਂ ਦੀ ਤਰ੍ਹਾਂ ਕਿ ਭਾਈ ਅਸੀਂ ਇਹਨੂੰ ਰੱਦ ਨਹੀਂ ਕਰਦੇ, ਬਾਕੀ ਜੋ ਕਹਿੰਦੇ ਉਹ ਕਰ ਦਿੰਦੇ ਹੋ। ਗੱਲ ਤਾਂ ਅੜੀ ਵਾਲੀ ਲੱਗਦੀ ਹੈ। ਰਵਿੰਦਰ, ਇੱਥੇ ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ ਜੀ। ਮੈਨੂੰ ਸਲਾਹ ਮਾਤਰ ਸਲਾਹ, ਕਿਉਂਕਿ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਹੈ ਇੱਥੇ ਪੰਜਾਬ 'ਚ ਹੀ ਸਾਡੇ ਨਾਲ ਵਿਚਰਦੇ ਰਹੇ 30 ਸਾਲ। ਕਦੇ ਉਦੋਂ ਸਾਡੇ ਰੌਲੇ ਹੁੰਦੇ ਸੀ ਵੀ ਡਿਪਟੀ ਕਮਿਸ਼ਨਰ ਕੁਲਬੀਰ ਸਿੰਘ ਸਿੱਧੂ ਸੀ, ਇੱਕ ਜ਼ਿਲ੍ਹੇ ਦਾ ਸੀ, ਦੂਜੇ ਦਾ ਸੀ। ਅੱਛਾ, ਹੋਰ ਵੀ ਉਦੋਂ ਸਾਡੇ 13 ਜ਼ਿਲ੍ਹੇ ਸੀ, ਹੁਣ 22 ਹੋ ਗਏ। ਤਾਂ ਉਹ ਕਦੇ ਪ੍ਰੋਕਿਉਰਮੈਂਟ ਦਾ ਰੌਲਾ ਹੁੰਦਾ ਸੀ, ਕਦੇ ਝੋਨਾ ਗਿੱਲਾ ਹੈ ਜੀ, ਕਦੇ ਇਹਦਾ ਮਾਇਸਚਰ ਮੀਟਰ ਠੀਕ ਨਹੀਂ ਜੀ, ਕਦੇ ਬੋਰੀਆਂ ਠੀਕ ਨਹੀਂ ਜੀ, ਕਦੇ ਪੇਮੈਂਟ ਠੀਕ ਨਹੀਂ। ਉਹ ਬੰਦਿਆਂ ਦੇ ਨਾਲ ਇੱਕ ਕਨੈਕਟੀਵਿਟੀ ਵੀ ਬਣਦੀ ਹੈ, ਸਾਂਝ ਵੀ ਬਣਦੀ ਹੈ, ਇੱਕ ਦੁਸ਼ਮਣੀ ਨਹੀਂ ਕੋਈ। ਉਹੀ ਦੱਸਿਆ ਨਾ ਵੀ ਅਸੀਂ ਵੀ ਉਹਨਾਂ 'ਚੋਂ, ਉਹ ਸਾਡੇ 'ਚੋਂ ਹੈ। ਤਾਂ ਉਹਨਾਂ ਨੇ ਇੱਕ ਦਿਨ ਨਾ ਮੈਨੂੰ ਪੁੱਛਣ ਲੱਗੇ ਵੀ ਇਹ ਕਹਿੰਦੇ ਐਬਰੋਗੇਸ਼ਨ ਸ਼ਬਦ ਰਿਪੀਲ ਦਾ ਹੁੰਦਾ। ਮੈਂ ਕਿਹਾ ਡਿਕਸ਼ਨਰੀ ਇਹਨਾਂ ਨੂੰ ਪੜ੍ਹਨ ਲਾਓ, ਇਹਨਾਂ ਨੂੰ ਕਹੋ ਵੀ ਤੁਸੀਂ ਡਿਕਸ਼ਨਰੀ ਪੜ੍ਹ ਕੇ ਤੇ ਸਾਨੂੰ ਦੱਸ ਦਿਓ, ਅਸੀਂ ਵਕੀਲਾਂ ਨੂੰ ਪੁੱਛ ਕੇ ਸੁਪਰੀਮ ਕੋਰਟ ਦੇ ਉਹਨੂੰ ਦੱਸ ਦਿਆਂਗੇ। ਅਦਰਵਾਈਜ਼ ਮੈਂ ਕਿਹਾ ਮੈਨੂੰ ਜੇ ਪੁੱਛੋ ਨਾ ਤੇ ਰਿਪੀਲ ਦਾ ਜੇ ਐਬਰੋਗੇਸ਼ਨ ਕਰਦੇ ਹੋ ਜਾਂ ਕੁਝ ਹੋਰ ਕਰਦੇ ਹੋ, ਇਹ ਤੁਹਾਡੇ ਅੰਦੋਲਨ ਦਾ ਅਬੋਰਸ਼ਨ ਹੈ ਜੀ। ਇਹ ਤੁਹਾਡੇ ਅੰਦੋਲਨ ਦੀ ਅਬੋਰਸ਼ਨ ਹੈ। ਐਬਰੋਗੇਸ਼ਨ ਦਾ ਮਤਲਬ, ਅਦਰਵਾਈਜ਼ ਐਬਰੋਗੇਸ਼ਨ ਦਾ ਮਤਲਬ ਅਬੋਰਸ਼ਨ ਨਹੀਂ ਹੁੰਦਾ ਜੀ। ਪਰ ਜੇ ਉਹਦੇ ਆਪਾਂ ਭਾਵਨਾ ਤੇ ਜਾਈਏ ਜੀ, ਤਾਂ ਮੇਰੇ ਵੀਰ ਰਿਪੀਲ ਨੂੰ ਸਾਰੀ ਦੁਨੀਆ ਕਹੀ ਜਾਂਦੀ ਹੈ, ਬਾਹਰਲੀਆਂ ਸਟੇਟਾਂ ਕਹੀ ਜਾਂਦੀਆਂ, ਅਮਰੀਕਾ ਕਹੀ ਜਾਂਦਾ, ਕੈਨੇਡਾ ਕਹੀ ਜਾਂਦਾ, ਸਲਾਹ ਦੇਈ ਜਾਂਦਾ। ਤੇ ਭਾਈ ਤੁਸੀਂ ਰਿਪੀਲ ਤੇ ਕਿਉਂ ਅੜਦੇ ਹੋ, ਕਿਉਂ ਅੜਦੇ ਹੋ ਜੀ। ਤੇ ਇਹਦਾ ਹੁਣ ਤੁਹਾਨੂੰ ਲੱਗਦਾ ਕਿ ਕੀ ਇਹਦਾ ਨਤੀਜਾ ਨਿਕਲ ਸਕਦਾ ਜੀ? ਅਖੀਰ ਇਹ ਕਿੱਥੇ ਜਾ ਕੇ ਖਤਮ ਹੋ ਸਕਦਾ? ਡੈਡਲੌਕ ਤਾਂ ਬਹੁਤ ਵੱਡਾ ਲੰਮਾ ਚਲਾ ਗਿਆ ਜੀ। ਦੇਖੋ, ਮਸਲਾ ਤਾਂ ਨੈਸ਼ਨਲ, ਤੇ ਅਸੀਂ ਇਹਨੂੰ ਫਿਰ ਜਾਂ ਸਟੇਟ ਲੈਵਲ ਦਾ, ਘੱਟੋ ਘੱਟ ਸਟੇਟ ਨਹੀਂ ਨੈਸ਼ਨਲ ਹੀ ਹੈ, ਇੰਨੀਆਂ ਸਟੇਟਾਂ ਅੜ ਗਈਆਂ, ਕੋਈ ਇਕੱਲਾ ਪੰਜਾਬ ਤਾਂ ਹੀ ਨਹੀਂ। ਨੈਸ਼ਨਲ ਇਸ਼ੂ ਨੂੰ ਜੇ ਫਿਰ ਤੁਸੀਂ ਰੀਜਨਲ ਲੈਵਲ ਤੇ ਲਿਆ ਕੇ ਆਉਣਾ ਹੈ,
ਤੇ ਇੱਥੇ ਤੁਸੀਂ ਆਪਣੀਆਂ ਪਾਰਟੀ ਲੈਵਲ ਦੇ ਉੱਤੇ ਨੈਸ਼ਨਲ ਲੈਵਲ ਨੂੰ ਛੱਡ ਕੇ, ਸਟੇਟਸਮੈਨ ਲੈਵਲ ਨੂੰ ਛੱਡ ਕੇ, ਮਾਈ ਬਾਪ ਲੈਵਲ ਨੂੰ ਛੱਡ ਕੇ, ਪ੍ਰਾਈਮ ਮਿਨਿਸਟਰ ਰਾਸ਼ਟਰਪਤੀ ਸਾਡੇ ਮਾਈ ਬਾਪ ਹੈ ਸਾਰੇ ਮੁਲਕ ਦੇ, ਬਾਈ ਵਰਚੂ ਆਫ ਦੇਅਰ ਸੰਵਿਧਾਨਕ ਪੋਜੀਸ਼ਨਸ ਜੀ, ਕਨਸਟੀਟਿਊਸ਼ਨਲ ਪੋਜੀਸ਼ਨ ਦੇ ਮੁਤਾਬਕ ਜੀ, ਉਹ ਸਾਰਾ ਛੱਡ ਕੇ ਜੇ ਫਿਰ ਤੁਸੀਂ ਪਾਰਟੀ ਲੈਵਲ ਤੇ ਲੈ ਕੇ ਇੱਕ ਪਾਸੇ ਆਪਣੇ ਪਾਰਟੀ ਵਰਕਰਸ ਨੂੰ ਕਹਿਣਾ ਹੈ ਕਿ ਇਹਨਾਂ ਨੂੰ ਕਨਵਿੰਸ ਕਰਾਓ, ਜੇ ਨਹੀਂ ਕਨਵਿੰਸ ਕਰਾਉਂਦੇ ਤੇ ਇਹਨਾਂ ਦੇ ਕਹੋ ਵੀ ਇਹ ਉੱਥੇ ਪਿਕਨਿਕ ਮਨਾਉਣ ਜਾਂਦੇ ਆ, ਤੇ ਦੂਜੇ ਪਾਸੇ ਰਿਐਕਸ਼ਨ ਵਾਈਜ਼ ਜਿਨ੍ਹਾਂ ਦੇ ਮਾਪਿਓ ਬੱਚੇ ਉੱਥੇ ਹੈਗੇ ਆ ਉਹ ਇਹਨਾਂ ਦੇ ਘਰੇ ਗੋਹਾ ਸੁੱਟੇ ਹੁੰਦੇ ਵੀ ਇਹ ਦੇਖੋ ਵੀ ਆਹ ਵੀ ਪਿਕਨਿਕ ਹੈ, ਉਹਦੇ ਤੇ ਫਿਰ ਸਰਕਾਰ 107 ਵੀ ਨਹੀਂ ਲੱਗਦੀ ਗੋਹਾ ਸੁੱਟਣ ਤੇ। ਜੀ, ਗੋਹਾ ਵੀ 107 ਵੀ ਮੇਰੇ ਵੀਰ ਉੱਥੇ ਲੱਗਦੀ ਹੈ ਜਿੱਥੇ ਤੂੰ ਮੈਂ ਬੈਠੇ ਬੈਠੇ ਗੱਲ ਕਰਦੇ ਕਰਦੇ ਉੱਚੀ ਬੋਲਣ ਲੱਗ ਪਈਏ ਤੇ ਨੁਕਸੇ ਅਮਨ ਲੱਗਣ ਲੱਗ ਪਏ, ਉੱਥੇ 107 ਲੱਗਦੀ ਵੀ ਇਹ ਲੜਨਗੇ, ਇਹਨਾਂ ਦੀਆਂ ਜ਼ਮਾਨਤਾਂ ਕਰ ਦਿਓ। ਇੱਥੇ ਲਾਤੇ 307 ਇਰਾਦਾ ਕਤਲ। ਮੇਰੇ ਵੀਰ ਚੁੰਗੀ ਬੱਕਰੀ ਬਣਾਤਾ ਡਾਕਾ, ਇਹ ਮੈਨੂੰ ਤੁਸੀਂ ਕਿਹੋ ਜਿਹਾ ਕਾਨੂੰਨ ਹੈ ਜੀ, ਔਰ ਇਹਦੇ 'ਚ ਫਿਰ ਇਹਨਾਂ ਦਾ ਹੀਜ ਪਿਆਜ ਨੰਗਾ ਹੁੰਦਾ ਕਿ ਇਹ ਨੈਸ਼ਨਲ ਲੈਵਲ ਦੇ ਇਸ਼ੂ ਨੂੰ ਰੀਜਨਲ ਲੈਵਲ ਦਾ, ਸਟੇਟ ਲੈਵਲ ਦਾ ਲਿਆ ਕੇ ਉਹ ਚੁਆਤੀ ਜਿਹੜੀ ਉੱਥੇ ਲੱਗੀ ਹੈ ਉਸ ਨੂੰ ਸਟੇਟਾਂ ਵਿੱਚ ਲਾਉਣ ਲੱਗੇ ਹੈ। ਇਹਦਾ ਰਿਐਕਸ਼ਨ ਮੇਰੇ ਵੀਰ ਸੱਚੇ ਪਾਤਸ਼ਾਹ ਬਖਸ਼ੇ ਮਾੜਾ ਹੀ ਹੋ ਸਕਦਾ, ਪਰ ਹੀਜ ਪਿਆਜ ਨੰਗਾ ਹੋ ਰਿਹਾ ਮੇਰੇ ਵੀਰ ਇੰਟਰਨੈਸ਼ਨਲ ਲੈਵਲ ਤੇ ਵੀ ਇੱਥੇ ਵੀ ਜੀ, ਕਿ ਲੰਬੜਾਂ ਦੇ ਸੰਨ ਲੱਗ ਗਈ, ਅੰਦਰੋਂ ਨਿਕਲੀ ਸਾਗਵਾਈ ਤੌੜੀ। ਲੰਬੜਦਾਰ ਜਿਹੜੇ ਹੁੰਦੇ ਆ ਸਹਿੰਦੇ ਹੁੰਦੇ ਆ, ਤੇ ਉਹ ਕਿਸੇ ਦਾ ਐਂ ਹੋਵੇ ਵੀ ਇਹ ਲੰਬੜਦਾਰ ਦੇ ਘਰ ਸੋਨਾ ਪਿਆ, ਚਾਂਦੀ ਪਈ ਆ, ਭਾਈ ਰੁਪਈਏ ਪਏ ਆ, ਤੇ ਉੱਥੇ ਨਿਕਲੇ ਕੁਝ ਨਾ, ਰਾਤ ਦਾ ਸਾਗ ਬਚਿਆ ਤੌੜੀ 'ਚ ਪਿਆ ਹੋਵੇ। ਤਾਂ ਕਹਿਣ ਦਾ ਮਤਲਬ ਹੁਣ ਪਾਲਿਸੀ ਵਜੋਂ, ਪ੍ਰੋ ਐਂਡ ਕੌਨਸ ਵਜੋਂ, ਫਾਇਦੇ ਨੁਕਸਾਨਾਂ ਵਜੋਂ ਗੱਲ ਇਹ ਸਮਝ ਆ ਗਈ ਕਿ ਸਮੁੱਚੇ ਤੌਰ ਤੇ ਇਹ ਜਿਹੜੇ ਐਕਟ ਹੈ ਇਹ ਭਾਵੇਂ ਹੈ ਮੈਰਿਟ ਤੇ ਬਣੇ ਹੋਣ, ਪਰ ਮਨਸ਼ਾ ਵਾਈਜ਼, ਨੀਅਤ ਵਾਈਜ਼ ਇਹ ਰਾਜਨੀਤੀ ਨਾਲ ਨਹੀਂ, ਇਹਨਾਂ ਵਿੱਚ ਬਦਨੀਤੀ ਜ਼ਿਆਦਾ ਝਲਕਦੀ ਹੈ। ਤੇ ਇਸ ਨੂੰ ਸੁਹਿਰਦਤਾ ਨਾਲ ਹੀ, ਫਿਰ ਮੈਂ ਰਿਪੀਟ ਕਰਦਾ ਕਿ ਇਹਦਾ ਹੱਲ ਇਹ ਹੈ ਕਿ ਮਾਈ ਬਾਪ ਵਾਂਗੂ ਇਹ ਗੱਲ ਮੰਨਦੇ ਹੋਏ ਕਿ ਭਾਈ ਦੇਰ ਆਏ ਦਰੁਸਤ ਆਏ, ਇਸ ਨੂੰ ਦੁਬਾਰਾ ਤੋਂ ਇਹ ਵੀ ਨਾ ਵੀ ਰਿਪੀਲ ਕਰਕੇ, ਰਿਪੀਲ ਦਾ ਮਤਲਬ ਹੁੰਦਾ ਹੈ ਕਿ ਐਕਟ ਜਿਹੜਾ ਬਣਿਆ ਉਹ ਬਿਲਕੁਲ ਖਤਮ, ਉਸ ਦੀ ਥਾਂ ਤੇ ਰੀਐਨੈਕਟਮੈਂਟ ਜਿਹੜੀ ਸੁਪਰੀਮ ਕੋਰਟ ਨੇ ਸੁਜੈਸਟ ਕੀਤੀ ਹੈ ਕਿ ਤੁਸੀਂ ਸਾਈਮਲਟੇਨੀਅਸਲੀ ਇਹਨਾਂ ਨੂੰ ਤਾਂ ਬੰਦ ਕਰ ਦਿਓ ਜੀ, ਤੇ ਤੁਸੀਂ ਰੀਐਨੈਕਟਮੈਂਟ ਦੇ ਵਿੱਚ ਉਹ ਐਕਟ ਲੈ ਆਓ ਜਿਹੜਾ ਕਿ ਬੈਲੈਂਸਡ ਹੋਵੇ, ਉਹ ਤੁਹਾਡੇ ਜਿਹੜੀਆਂ ਮੁਆਹਦੇ ਦੀਆਂ ਸ਼ਰਤਾਂ ਇੰਟਰਨੈਸ਼ਨਲ ਮਾਰਕੀਟ ਦੀਆਂ ਉਹਨਾਂ ਨੂੰ ਵੀ ਪੂਰਾ ਕਰਦਾ ਹੋਵੇ, ਤੇ ਥੱਲਿਓਂ ਇਨਫਰਾਸਟ੍ਰਕਚਰ ਜੋ ਤੁਸੀਂ ਵਾਰੀ-ਵਾਰੀ ਰਵਿੰਦਰ ਜੀ ਕਹਿ ਰਹੇ ਹੋ ਉਸ ਨੂੰ ਬਿਲਡ ਕਰਕੇ, ਤੇ ਜ਼ਿਮੀਂਦਾਰਾਂ ਨਹੀਂ ਕਰਨਾ ਨਾ ਮੇਰੇ ਵੀਰ, ਤੇ ਮੈਂ ਸਟੂਡੀਓ 'ਚ ਤਾਂ ਬੈਠ ਕੇ ਸੁਧਾਰ ਐਗਰੀਕਲਚਰ ਦੇ ਕਰਨੇ ਨਹੀਂ, ਤੇ ਜਿਨ੍ਹਾਂ ਨੇ ਕਰਨੇ ਆ ਉਹਨਾਂ ਨੂੰ ਵੀ ਸਮੇਂ ਦਾ ਹਾਣੀ ਬਣਾਉਣ। ਜੀ, ਜੀ। ਸੋ ਦਰਸ਼ਕੋ, ਆਸ ਹੈ ਕਿ ਤੁਹਾਨੂੰ ਇਹ ਗੱਲਾਂ ਜ਼ਰੂਰ ਪਸੰਦ ਆਈਆਂ ਹੋਣਗੀਆਂ। ਜਿਹੜਾ ਬੰਦਾ IAS ਲੌਬੀ ਨੂੰ ਪੂਰੀ ਨੂੰ ਲੈ ਕੇ ਆਪਣੇ ਸਾਥੀਆਂ ਦੇ ਨਾਲ ਕਿਸਾਨਾਂ ਦੇ ਧਰਨੇ ਦੇ ਵਿੱਚ ਸ਼ਮੂਲੀਅਤ ਕਰਦਾ ਆ, ਉਹ ਅੱਜ ਸਟੂਡੀਓ 'ਚ ਆਇਆ ਤੇ ਉਹਨਾਂ ਨੇ ਬਹੁਤ ਕੀਮਤੀ ਗੱਲਾਂ ਕੀਤੀਆਂ ਨੇ, ਤੇ ਆਸ ਕਰਦੇ ਹਾਂ ਕਿ ਤੁਹਾਨੂੰ ਪਸੰਦ ਵੀ ਆਈਆਂ ਹੋਣਗੀਆਂ। ਤੇ ਸੁਚੇਤ ਹੋਣ ਦੀ ਵੀ ਲੋੜ ਹੈ ਇਹਨਾਂ ਦੀਆਂ ਗੱਲਾਂ ਤੋਂ ਕਿ ਇਹ ਕਿਸਾਨ ਧਰਨਾ ਕਿਸੇ ਮਾੜਾ ਜਿਹੜਾ ਹੁੰਦਾ ਰਸਤਾ, ਮਾੜਾ ਰੁਖ ਨਾ ਅਪਣਾਵੇ। ਸੋ ਇਹਨੂੰ ਬੜੇ ਸ਼ਾਂਤਮਈ ਢੰਗ ਦੇ ਨਾਲ ਜਿਸ ਤਰੀਕੇ ਨਾਲ ਚੱਲ ਰਿਹਾ ਉਸੇ ਤਰ੍ਹਾਂ ਚੱਲਣ ਦਈਏ। ਤੇ ਸਰਕਾਰਾਂ ਨੂੰ ਇਹੀ ਬੇਨਤੀ ਹੈ, ਜੋ ਸਿੱਧੂ ਸਾਹਿਬ ਨੇ ਗੱਲ ਕੀਤੀ ਕਿ ਮਾਈ ਬਾਪ ਦੀ ਗੱਲ ਹੈ, ਤਾਂ ਉਹਨਾਂ ਨੂੰ ਇਹ ਗੱਲਾਂ ਮੰਨ ਲੈਣੀਆਂ ਚਾਹੀਦੀਆਂ ਨੇ। ਇਸ ਵੇਲੇ ਮੈਨੂੰ ਇਜਾਜ਼ਤ ਦਿਓ ਤੇ ਸਿੱਧੂ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਮਿਹਰਬਾਨੀ ਭਾਜੀ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।